Good morning, students. Good morning, students. Anji beta, how are you? I hope you are all fit and fine. So, beta ਅੱਜ ਆਪਣਾ ਹੈਗਾ ਸੀਗਾ ਟੈਸਟ, ਔਰਲ ਟੈਸਟ ਹੈ ਤੁਹਾਡਾ ਤੇ ਆਪਾਂ ਸਟਾਰਟ ਕਰਦੇ ਹਾਂ ਵਿਦਿਨ 1 ਮਿੰਟ। ਗੁੱਡ ਮਾਰਨਿੰਗ ਬੱਚੇ, ਗੁੱਡ ਮਾਰਨਿੰਗ। ਮੈਮ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਬੱਚੇ। ਬੱਚੇ ਅੱਜ ਆਪਣਾ ਟੈਸਟ ਹੈ ਤੇ ਹੁਣੇ ਟੈਸਟ ਸ਼ੁਰੂ ਕਰਦੇ ਹਾਂ ਆਪਾਂ 1-2 ਮਿੰਟ ਦੇ ਵਿੱਚ, ਬਾਕੀ ਸਟੂਡੈਂਟਸ ਨੂੰ ਐਡ ਹੋ ਜਾਣ ਦਿਓ। ਸੌਰੀ ਫॉर ਇਨਕਨਵੀਨੀਅੰਟ, ਮੇਰੇ ਨੈਟਵਰਕ ਕਰਕੇ ਥੋੜਾ ਜਿਹਾ ਕਲਾਸ ਲੇਟ ਹੋ ਗਈ ਅੱਜ। ਲਿੰਕ ਮੈਂ ਬਹੁਤ ਟਾਈਮ ਪਹਿਲਾਂ ਦਾ ਭੇਜਿਆ ਹੋਇਆ ਬਟ ਉਹ ਸੈਂਡ ਨਹੀਂ ਸੀ ਹੋ ਰਿਹਾ। ਹਾਂਜੀ ਬੱਚੇ, ਅੱਜ ਆਪਣਾ ਟੌਪਿਕ ਸੀਗਾ ਚੈਪਟਰ ਨੰਬਰ 3 and 4। ਰਿਧਿਮਾ ਚੈਪਟਰਸ ਦਾ ਨਾਮ ਕੀ ਹੈ ਬੱਚੇ? ਮੈਨੂੰ ਨਾਮ ਥੋੜਾ ਜਿਹਾ ਰਿਮਾਈਂਡ ਕਰਾਇਓ। ਇੱਕ ਮੈਮ ਕੰਜ਼ਿਊਮਰਸ ਇਕੁਇਲਿਬਰੀਅਮ, ਇੰਡੀਫਰੈਂਸ ਕਰਵ ਐਨਾਲਿਸਿਸ, ਇੱਕ ਡਿਮਾਂਡ। ਓਕੇ, ਲਾਅ ਆਫ ਡਿਮਾਂਡ। ਆਲਰਾਈਟ, ਸੋ ਚਲੋ ਆਪਾਂ ਸ਼ੁਰੂ ਕਰਦੇ ਹਾਂ MCQs ਤੇ ਕਿਉਂਕਿ ਹੁਣ ਲੌਂਗ ਕੁਐਸਚਨ ਆਨਸਰ ਦਾ ਤਾਂ ਆਪਾਂ ਟੈਸਟ ਨਹੀਂ ਲੈ ਸਕਦੇ ਬੇਟਾ ਆਨਲਾਈਨ ਕਲਾਸ 'ਚ, ਤੇ MCQ ਇੱਕ ਹੈਗੇ ਨੇ ਜਿਹੜੇ ਹੈਲਪ ਕਰਨਗੇ। ਹਾਂਜੀ ਬੇਟਾ, ਫਸਟ ਆਫ ਆਲ ਅੰਬਰਜੀਤ ਅਨਮਿਊਟ ਕਰੋ ਬੱਚੇ। What does the term Yes, ma'am. marginal in economics mean? What does the term marginal in economics mean? Additional, unimportant, minimum, ਜਾਂ none of above? ऑप्शन दोबारा तो बोलिए मैम। Additional, unimportant, minimum, none of the above. Yes ਬੱਚੇ। मैम मिनिमम। ਨਹੀਂ ਬੇਟਾ, ਮਾਰਜਨਲ ਆਪਾਂ ਮਾਰਜਨਲ ਕਿੱਥੇ ਕਦੋਂ ਸ਼ਬਦ ਯੂਜ਼ ਕਰਦੇ ਹਾਂ? ਮਾਰਜਨਲ ਦਾ ਆਪਾਂ ਨੂੰ ਕਿਵੇਂ ਪਤਾ ਲੱਗਦਾ ਹੈ? ਤੁਸੀਂ ਥੋੜਾ ਜਿਹਾ ਸੋਚੋ। ਮਾਰਜਨਲ ਯੂਟਿਲਿਟੀ ਜਿੱਦਾਂ ਆਪਾਂ ਚੈਪਟਰ ਪੜ੍ਹਿਆ ਸੀਗਾ, ਮਾਰਜਨਲ ਯੂਟਿਲਿਟੀ ਕਿਵੇਂ ਬਣੀ ਉਹ? ਬੇਟਾ ਜਦੋਂ ਆਪਾਂ ਇੱਕ ਐਡੀਸ਼ਨਲ ਯੂਨਿਟ ਹੈ ਜਿਹੜੀ ਉਹ ਕਿਸੇ ਚੀਜ਼ ਦੀ ਲੈਂਦੇ ਆ ਤਾਂ ਉਹ ਮਾਰਜਨਲ ਹੋ ਜਾਂਦੀ ਹੁੰਦੀ ਹੈ, ਠੀਕ ਹੈ। ਤੁਸੀਂ ਇੱਕ ਆਈਸਕ੍ਰੀਮ ਖਾਧੀ ਹੈ, ਉਹਦੇ ਤੋਂ ਸਾਨੂੰ ਬਹੁਤ ਜ਼ਿਆਦਾ ਸੈਟੀਸਫੈਕਸ਼ਨ ਮਿਲੀ ਹੈ, ਉਸ ਤੋਂ ਬਾਅਦ ਤੁਸੀਂ ਸੈਕਿੰਡ ਆਈਸਕ੍ਰੀਮ ਖਾਧੀ, ਪਹਿਲੀ ਦੇ ਨਾਲੋਂ ਥੋੜੀ ਜਿਹੀ ਘੱਟ ਮਿਲੀ, ਹੁਣ ਸੈਕਿੰਡ ਜਿਹੜੀ ਹੈਗੀ ਉਹ ਮਾਰਜਨਲ ਹੈ,
ठीक है, दोहां का डिफरेंस है जिहड़ा एन एडिशनल यूनिट कॉल्ड मार्जिनल। ठीक है बच्चे, हाँ जी। नेक्स्ट क्वेश्चन, विच ऑफ द फॉलोइंग मस्ट बी ट्रू व्हेन मार्जिनल इज नेगेटिव। जो मार्जिनल है जिहड़ा नेगेटिव चला जाता है, किहड़ा जिहड़ा हैगा अपना नेगेटिव हुंदा है, सॉरी ट्रू हुंदा है। First, the average is positive, the average is negative, the total of decreasing, the total of negative. Marginal negative किस केस च जांदा हुंदा है? मैं तुहानूं एक चार्ट एक डायग्राम बना के दिखाया सीगा क्लास दे विच, टोटल यूटिलिटी दा टोटल ते मार्जिनल यूटिलिटी आपां देखी सी, ਉਹਦੇ ਵਿੱਚ ਕੱਢੀ ਸੀ। मार्जिनल यूटिलिटी नेगेटिव कदों हुंदी है? कल भी राजे कल दी क्लास च भी आपां डिस्कस कीता सीगा ये। ਉਹ ਤਾਂ ਮੈਂ ਉਹਨਾਂ ਦਾ ਪੀਸੀ ਅਪਡੇਟ ਤੇ ਲੱਗਿਆ ਹੋਇਆ, ਮੇਰਾ ਨੈਟ ਨਹੀਂ ਚੱਲਿਆ, ਮੇਰੀ 15 ਮਿੰਟ ਕਲਾਸ ਲੇਟ ਹੋ ਗਈ, ਮੈਂ ਤਾਂ ਤੁਹਾਨੂੰ ਫੋਨ ਕਰ ਰਹੀ ਸੀ। ਹਾਂਜੀ ਹਾਂਜੀ ਬੱਚੇ, ਕੱਲ ਦੀ ਕਲਾਸ 'ਚ ਬੇਟਾ ਆਪਾਂ ਡਿਸਕਸ ਕੀਤਾ ਸੀਗਾ। आई थिंक अंबर डिस्कनेक्ट हो गया। हाँ जी हरमन जी, अनम्यूट करो। हाँ जी बेटा, ऑरल टेस्ट चल रहा तुहाडा क्लास च, पता है तुहानू? यस और नो? No, ma'am. Why? And you are not attending the classes? Any problem बेटा? ओके बेटा, तुहानू प्रॉपर मेडिसिन वगैरह लेनी चाहिए सी ना, ते then you feel better and become able to attend the Zoom classes. All right. हाँ जी बेटा, कौन दसूगा ਇਹਦਾ आंसर? What is the term marginal? Sorry, which of the following must be true when marginal is negative? Average is positive, average is negative, total is decreasing, total is negative. कौन Ma'am, देगा? total is decreasing. शाबाश, टोटल इज डिक्रीजिंग। बेटा ਆਪਾਂ ਤੁਹਾਡੀ ਇੱਕ ਕਲਾਸ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰ ਇੱਕ ਟੇਬਲ ਬਣਾ ਕੇ, ਇੱਕ ਡਾਇਗਰਾਮ ਬਣਾ ਕੇ ਦਿਖਾਇਆ ਸੀਗਾ, ਜਿਸ ਦੇ ਵਿੱਚ ਆਪਾਂ ਕਿੰਨੇ ਵਧੀਆ ਤਰੀਕੇ ਨਾਲ ਸਿੱਖਿਆ ਸੀ ਸਾਰਾ ਕੁਝ, ਕਿ ਇੱਕ ਟੋਟਲ ਯੂਟਿਲਿਟੀ ਜਿਹੜੀ ਕਰਵ ਹੁੰਦੀ ਹੈ ਕਿੱਦਾਂ ਹੁੰਦੀ ਹੈ। ਦੇਖੋ ਇਦਾਂ ਆਪਾਂ ਬਣਾਇਆ ਸੀਗਾ, ਆਈ ਹੋਪ ਜੇ ਤੁਹਾਨੂੰ ਯਾਦ ਹੈ। ਦੇਖੋ ਜਿਹੜੀ ਟੋਟਲ ਹੈ, ਟੋਟਲ ਯੂਟਿਲਿਟੀ ਇੱਥੋਂ ਸ਼ੁਰੂ ਹੁੰਦੀ ਹੈ, ਐਵੇਂ ਕਰਕੇ ਜਾਂਦੀ ਹੈ, ਇੱਕ ਲੈਵਲ ਤੇ ਜਾ ਕੇ ਇਹ ਕੀ ਹੋ ਜਾਂਦੀ ਹੈ, ਸਟੇਬਲ ਹੋ ਜਾਂਦੀ ਹੈ, ਰੁਕ ਜਾਂਦੀ ਹੈ, ਫਿਰ ਇਹ ਘਟਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਤਾਂ ਇਹ ਤਾਂ ਹੋ ਗਈ TU, ਟੋਟਲ ਯੂਟਿਲਿਟੀ ਕਰਵ। ਬਟ ਇੱਥੋਂ ਜਿਹੜੀ ਹੈਗੀ ਆਪਣੀ ਮਾਰਜਨ ਇੱਥੋਂ ਸ਼ੁਰੂ ਹੋ ਕੇ ਕਿ ਐਵੇਂ ਨੈਗੇਟਿਵ ਚ ਚਲੀ ਜਾਂਦੀ ਹੁੰਦੀ ਹੈ, ਇਹ MU ਹੁੰਦੀ ਹੈ। ਆਪਾਂ ਪੜ੍ਹਿਆ ਤਾਂ ਹੈਗਾ ਸੀਗਾ ਬੇਟਾ ਆਪਣੀ ਨਾ, ਤੁਸੀਂ ਨੋਟਬੁੱਕ ਪਲੀਜ਼ ਦੁਬਾਰਾ ਦੇਖਿਓ, ਤੇ ਉਹਦੇ ਵਿੱਚ ਇਹਦੇ ਬਾਰੇ ਚ ਤੁਹਾਨੂੰ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਠੀਕ ਹੈ ਜੀ, MU ਤਾਂ ਇਹ ਆ ਗਈ ਆਪਣੀ ਮਾਰਜਨਲ ਯੂਟਿਲਿਟੀ। ਦੇਖੋ ਜਦੋਂ ਮਾਰਜਨਲ ਯੂਟਿਲਿਟੀ ਇੱਥੇ ਆ ਨੀਚੇ ਤੱਕ ਆ ਗਈ ਤਾਂ ਉਹ ਕੀ ਹੈਗੀ, ਇਹਦਾ ਮਤਲਬ ਕੀ ਹੈ, ਨੈਗੇਟਿਵ ਦੇ ਵਿੱਚ ਹੈ। ਠੀਕ ਹੈ, ਉਧਰੋਂ TU ਹੈ ਜਿਹੜੀ ਟੋਟਲ ਯੂਟਿਲਿਟੀ ਹੈ, ਉਹ ਕੀ ਹੋ ਰਹੀ ਹੈ, ਡਿਕਰੀਜ਼ਿੰਗ, ਨੀਚੇ ਵੱਲ ਜਾ ਰਹੀ ਹੈ, ਉੱਪਰ ਤੋਂ ਸਟੇਬਲ ਹੋ ਕੇ। ਠੀਕ ਹੈ, ਤਾਂ ਇਹ ਇਸ ਤਰੀਕੇ ਦੇ ਨਾਲ ਜਿਹੜਾ ਮਾਰਜਨਲ ਸਾਡਾ ਕੀ ਹੋਊਗਾ, ਫਿਰ ਆਪਾਂ ਨੈਗੇਟਿਵ, ਜਦੋਂ ਮਾਰਜਨ ਨੈਗੇਟਿਵ ਹੈ, ਮਾਰਜਨਲ ਨੈਗੇਟਿਵ ਕਦੋਂ ਹੁੰਦਾ, ਜਦੋਂ ਸਾਡੇ ਕੋਲੇ ਟੋਟਲ ਯੂਟਿਲਿਟੀ ਹੈ ਜਿਹੜੀ ਡਿਕਰੀਜ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਨੈਕਸਟ ਕੁਐਸਚਨ, ਯੂਟਿਲਿਟੀ ਇਜ਼ ਜਨਰਲੀ ਰਿਲੇਟਡ ਟੂ। ਯੂਟਿਲਿਟੀ ਕਿਸ ਚੀਜ਼ ਨੂੰ ਡਿਨੋਟ ਕਰਦੀ ਹੈ, ਕਿਸ ਚੀਜ਼ ਨਾਲ ਰਿਲੇਟ ਕਰਦੀ ਹੈ? ਐਨੀ ਸਟੂਡੈਂਟ ਪਲੀਜ਼ ਰੇਜ਼ ਯੂਰ ਹੈਂਡ। ਕਿਸ ਚੀਜ਼ ਨਾਲ ਰਿਲੇਟ ਕਰਦੀ ਹੈ ਯੂਟਿਲਿਟੀ ਆਪਣੀ? let me give you options. Satisfaction, yes जतेश बिल्कुल सही। satisfaction ही। हाँ जी अंबरजीत, ओके।
ਹਾਂਜੀ ਬਿਲਕੁਲ ਸਹੀ ਹੈ, ਸੈਟਿਸਫੈਕਸ਼ਨ ਦੇ ਨਾਲ ਯੂਟਿਲਿਟੀ ਹੈ ਜਿਹੜੀ ਉਹ ਲਿੰਕ ਕਰਦੀ ਹੈ ਹਮੇਸ਼ਾ। ਗੁੱਡ। What is the law that define the demand curve to slope downward known as? ਉਹ ਕਿਹੜਾ law ਹੈ ਜਿਹਦੇ ਨਾਲ ਜਦੋਂ ਆਪਣੀ ਡਿਮਾਂਡ ਕਰਵ ਡਾਊਨਵਰਡ ਸਲੋਪ ਕਰਦੀ ਹੈ, ਇਹਨਾਂ ਕਿਹੜੇ law ਦੇ ਵਿੱਚ ਡਾਊਨਵਰਡ ਸਲੋਪ ਕਰਦੀ ਹੈ ਆਪਣਾ? Diminishing marginal utility. ਵੈਰੀ ਗੁੱਡ, ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ। ਗੁੱਡ, ਠੀਕ ਹੈ ਜੀ। Why are indifference curve convex to the origin? ਆਪਾਂ ਦੇਖੀ ਸੀ ਨਾ ਜਿਹੜੀ ਇੰਡੀਫਰੈਂਸ ਕਰਵ ਆ ਕਨਵੈਕਸ ਸ਼ੇਪ ਦੀ ਬਣਦੀ ਹੁੰਦੀ ਹੈ ਜਦੋਂ ਆਪਾਂ ਬਣਾਉਨੇ ਆ ਕਨਵੈਕਸ ਟੂ ਦਾ origin ਨੂੰ ਕਨਵੈਕਸ ਕਿਉਂ ਬਣਦੀ ਹੈਗੀ ਆਪਣੀ ਜਿਹੜੀ ਇੰਡੀਫਰੈਂਸ ਕਰਵ ਹੈ? First option is two goods are perfect complementary goods. Two goods are imperfect substitutes. Two goods are perfect substitutes. ਤੇ ਲਾਸਟ ਹੈਗਾ ਆਪਣੇ ਕੋਲ none of the above. Indifference curve ਹੈ ਜਿਹੜੀ ਆਪਣੀ ਉਹ ਕਿਉਂ ਕਨਵੈਕਸ ਹੁੰਦੀ ਹੈ origin ਤੋਂ? ਕਿਉਂਕਿ ਸਬਸਟੀਟਿਊਟ ਹੁੰਦੇ ਨੇ ਦੋਵਾਂ ਦੇ ਪਰਫੈਕਟ ਸਬਸਟੀਟਿਊਟ। ਹਾਂਜੀ ਹਾਂ, imperfect substitutes। ਠੀਕ ਹੈ, ਇਹਦਾ ਧਿਆਨ ਰੱਖਿਓ। ਨੈਕਸਟ ਕੁਐਸਚਨ। ਬੇਟਾ ਅੱਜ ਦੀ ਕਲਾਸ 'ਚ ਤੁਹਾਨੂੰ ਅੱਜ ਤੁਹਾਡੇ ਗਰੁੱਪ ਦੇ ਵਿੱਚ ਅਸੀਂ ਕੁਝ ਕੁ ਪਿਕਸ ਸ਼ੇਅਰ ਕਰਾਂਗੇ, ਤਾਂ ਸਾਰੇ ਬੱਚਿਆਂ ਨੇ ਉਹ ਪਿਕਸ ਦੀ ਆਪਣੀ ਡੀਪੀ ਲਗਾਉਣੀ ਹੈ ਤੇ ਉਹਨਾਂ ਦੀ ਹੀ ਆਪਣੀ ਤੁਸੀਂ ਨੇ ਸਟੇਟਸ ਵੀ ਪਾਉਣੇ ਨੇ ਸੋਸ਼ਲ ਮੀਡੀਆ ਤੇ। ਲਾਈਕ ਅਗਰ ਤੁਹਾਡੀ ਫੇਸਬੁੱਕ ਅਕਾਊਂਟ ਬਣਿਆ ਹੋਇਆ, ਤੁਹਾਡੇ ਫਾਦਰ ਦਾ ਬਣਿਆ ਹੋਇਆ ਜਾਂ ਘਰ ਦੇ ਵਿੱਚ ਕਿਸੇ ਦਾ ਵੀ ਬਣਿਆ ਹੋਇਆ, ਤਾਂ ਤੁਸੀਂ ਉੱਥੇ ਉਹਦਾ ਸਟੇਟਸ ਜ਼ਰੂਰ ਪਾਉਣਾ ਹੈ। ਠੀਕ ਹੈ, ਕਿਉਂਕਿ ਆਪਾਂ ਸਕੂਲ ਓਪਨ ਕਰਵਾਉਣੇ ਨੇਗੇ, ਇਸ ਕਰਕੇ ਜੇ ਸਾਰੇ ਰਲ ਮਿਲ ਕੇ ਇਸ ਚੀਜ਼ ਦੇ ਵਿੱਚ ਪਾਰਟਿਸਿਪੇਟ ਕਰਾਂਗੇ ਤਾਂ ਸਕੂਲ ਜ਼ਰੂਰ ਓਪਨ ਹੋਣਗੇ ਬੇਟਾ। ਤੁਹਾਡਾ ਲੋਸ ਸਭ ਤੋਂ ਜ਼ਿਆਦਾ ਹੈ। ਠੀਕ ਹੈ, ਸੋ ਤੁਸੀਂ ਤੁਹਾਨੂੰ ਗਰੁੱਪ ਦੇ ਵਿੱਚ ਪਿਕਸ ਸ਼ੇਅਰ ਹੋਣਗੀਆਂ। ਸੀਰੀਅਸਲੀ ਹਰ ਇੱਕ ਬੱਚੇ ਨੇ ਆਪਣੇ WhatsApp DP ਵੀ ਲਾਉਣੀ ਹੈ, WhatsApp ਸਟੇਟਸ ਵੀ ਪਾਉਣਾ ਹੈ। ਐਂਡ ਜੇ ਤੁਸੀਂ ਇੰਸਟਾਗ੍ਰਾਮ ਤੇ ਜਾਂ ਆਪਣਾ ਫੇਸਬੁੱਕ ਤੇ ਵੀ ਹੈਗੇ ਹੋ ਤਾਂ ਉੱਥੇ ਵੀ ਤੁਸੀਂ ਸ਼ੋਅ ਕਰ ਸਕਦੇ ਹੋ ਇਸ ਚੀਜ਼ ਨੂੰ। ਠੀਕ ਹੈ, ਸੋ ਇਹ ਜ਼ਰੂਰੀ ਹੈ ਬੱਚੇ। ਤੁਹਾਡੀ ਸਕੂਲਾਂ ਨੂੰ ਖੋਲਣ ਦੇ ਵਿੱਚ ਗਵਰਨਮੈਂਟ ਦੀ ਨਿਗਾਹ ਦੇ ਵਿੱਚ ਇਹ ਚੀਜ਼ ਜਾਊਗੀ ਕਿ ਹਾਂ ਲੋਕ ਅਵੇਅਰ ਨੇ, ਤਾਂ ਤੁਸੀਂ ਨੇ ਪਲੀਜ਼ ਇਹ ਚੀਜ਼ ਤੇ ਪੂਰਾ ਧਿਆਨ ਦੇਣਾ ਅੱਜ। ਠੀਕ ਹੈ, ਅੱਜ ਸ਼ਾਮ ਤੱਕ ਤੁਹਾਡੇ ਨਾਲ ਪਿਕਸ ਨੇ ਜਿਹੜੀਆਂ ਸ਼ੇਅਰ ਕੀਤੀਆਂ ਜਾਣਗੀਆਂ। ਠੀਕ ਹੈ ਬੇਟਾ, ਸੋ ਨੈਕਸਟ ਕੁਐਸਚਨ ਇਜ਼ ਹਾਂਜੀ, ਜਿਹੜੀ ਡਿਮਾਂਡ ਕਰਵ ਆਪਣੀ ਡਿਮਾਂਡ ਕਰਵ ਜਨਰਲੀ ਸਲੋਪਸ demand curve generally slopes upward from left to right, downward from left to right, parallel to the axis x-axis, parallel to the y-axis. Downward from left to right. Very good. Downward from left to right. Left ਉੱਪਰ ਵਾਲੇ ਤੋਂ ਸ਼ੁਰੂ, left ਅਪ ਸਾਈਡ ਤੋਂ ਸ਼ੁਰੂ ਹੋ ਕੇ ਡਾਊਨਵਰਡ ਰਾਈਟ ਸਾਈਡ ਨੂੰ ਇਹ ਜਿਹੜੀ ਸਲੋਪਸ ਡਾਊਨਵਰਡ ਹੁੰਦੀ ਹੈ ਜਿਹੜੀ ਆਪਣੀ ਡਿਮਾਂਡ ਕਰਵ ਹੈ। ਠੀਕ ਹੈ ਜੀ।
हाँ जी, contraction in demand appears when demand च contraction किस time ते ਹੁੰਦਾ ਹੁੰਦਾ, listen to me carefully. Price rises and demand falls, price rises and demand also rises, price remains stable and demand falls, price falls but demand remains stable. Contraction of demand. Contraction of demand. किस केस ਦੇ ਵਿੱਚ ਇਹਨਾਂ ਦੇ ਵਿੱਚੋਂ ਆਪਣੇ ਕੋਲ ਡਿਮਾਂਡ ਹੈ ਜਿਹੜੀ ਕੰਟਰੈਕਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਦੁਬਾਰਾ ਬੋਲਦੀ ਹਾਂ ਮੈਂ ਆਪਸ਼ਨਸ, ਪ੍ਰਾਈਸ ਰਾਈਜ਼ਸ in rises and demand falls, price rises and demand also rises, price remains stable and demand falls, price falls demand but demand remain stable. ਹਾਂਜੀ, ਕਿਹੜੀ ਆਪਸ਼ਨ ਹੋਏਗੀ ਇਹਨਾਂ ਚੋਂ? Price rises, demand fall. ਬਿਲਕੁਲ ਸਹੀ ਹੈ। ਹਾਂਜੀ, ਪ੍ਰਾਈਸ ਜਿਹੜੇ ਨੇ, ਕੰਟਰੈਕਸ਼ਨ ਦਾ ਮਤਲਬ ਕੀ ਹੈ ਕਿ ਡਿਮਾਂਡ ਘਟ ਰਹੀ ਹੈ, ਠੀਕ ਹੈ। ਕੰਟਰੈਕਸ਼ਨ ਮਤਲਬ ਸੁੰਗੜਨਾ, ਠੀਕ ਹੈ। ਸੋ ਕੰਟਰੈਕਸ਼ਨ ਜਿੱਥੇ ਡਿਮਾਂਡ ਘੱਟ ਹੈ, ਜਿਹੜੀ ਘੱਟ ਗੱਲ ਹੋ ਰਹੀ ਹੈ ਡਿਮਾਂਡ ਦੀ, ਉਹ ਤੁਹਾਡਾ ਇਹਦਾ ਆਨਸਰ ਹੋਏਗਾ, ਠੀਕ ਹੈ। For a change in which the following there is no change in demand, ਕਿਹੜੇ ਚੇਂਜ ਕਰਕੇ ਡਿਮਾਂਡ ਦੇ ਵਿੱਚ ਚੇਂਜ ਨਹੀਂ ਹੁੰਦਾ? ਚੇਂਜ ਇਨ ਪ੍ਰਾਈਸ, ਚੇਂਜ ਇਨ ਇਨਕਮ, ਚੇਂਜ ਇਨ ਫੈਸ਼ਨ ਐਂਡ ਟੇਸਟ, ਜਾਂ ਨਨ ਆਫ ਦੀ ਅਬਵ? None of the above. ਹਾਂਜੀ ਬਿਲਕੁਲ, ਪ੍ਰਾਈਸ ਦੇ ਚੇਂਜ ਹੋਣ ਦੇ ਨਾਲ ਵੀ ਆਪਣੀ ਡਿਮਾਂਡ ਚੇਂਜ ਹੁੰਦੀ ਹੈਗੀ, ਠੀਕ ਹੈ। ਇਨਕਮ ਚੇਂਜ ਹੋਣ ਨਾਲ ਵੀ, ਔਰ ਟੇਸਟ ਐਂਡ ਫੈਸ਼ਨ ਦੇ ਨਾਲ ਵੀ ਡਿਮਾਂਡ ਦੇ ਵਿੱਚ ਚੇਂਜਸ ਆਉਂਦੇ ਨੇ, ਤਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ ਹੈਗਾ, ਠੀਕ ਹੈ। ਵਿਦ ਦ ਰਾਈਜ਼ ਇਨ ਪ੍ਰਾਈਸ ਦ ਗਿਫਨ ਦ ਡਿਮਾਂਡ ਫॉर ਗਿਫਨ ਗੁੱਡਸ, ਵਿਦ ਰਾਈਜ਼ ਇਨ ਪ੍ਰਾਈਸਿਸ ਦ ਡਿਮਾਂਡ ਫॉर ਗਿਫਨ ਗੁੱਡਸ ਕੀ ਹੁੰਦੀ ਹੈ ਡਿਮਾਂਡ? ਇਨਕਰੀਜ਼, ਡਿਕਰੀਜ਼, ਰਿਮੇਨ ਕਨਸਟੈਂਟ, ਬਿਕਮ ਅਨਸਟੇਬਲ? increase, ਵੈਰੀ ਗੁੱਡ, ਸਹੀ ਹੈ, ਠੀਕ ਹੈ। ਕਿਉਂਕਿ ਪ੍ਰਾਈਸ ਜਦੋਂ ਰਾਈਜ਼ ਇਨ ਪ੍ਰਾਈਸ, ਪ੍ਰਾਈਸ ਜਦੋਂ ਵੱਧ ਜਾਂਦੇ ਨੇ ਚੀਜ਼ਾਂ ਦੇ, ਤਾਂ ਗਿਫਨ ਗੁੱਡਸ ਦੀ ਡਿਮਾਂਡ ਹੈ ਜਿਹੜੀ ਉਹ ਵੀ ਇਨਕਰੀਜ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਬਟ ਜੇ ਪ੍ਰਾਈਸਿਸ ਘਟ ਜਾਣ ਤਾਂ ਲੋਕਾਂ ਦੀ ਜਿਹੜੀ ਹੈਗੀ ਆ ਉਧਰੋਂ ਝੁਕਾਅ ਘਟ ਜਾਂਦਾ ਤੇ ਗਿਫਨ ਗੁੱਡਸ ਦੀ ਜਿਹੜੀ ਡਿਮਾਂਡ ਆ ਉਹ ਵੀ ਘੱਟ ਹੋ ਜਾਂਦੀ ਹੁੰਦੀ ਹੈ। ਗੁੱਡ ਬੇਟਾ। ਅੱਛਾ, ਗਿਫਨ ਗੁੱਡਸ ਦੇ ਕੇਸ ਦੇ ਵਿੱਚ ਇਲਾਸਟਿਸਿਟੀ ਦਾ ਕੀ ਸਿਸਟਮ ਹੈਗਾ? ਦ ਫॉर ਗਿਫਨ ਗੁੱਡਸ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ, A negative, B positive, C 0 or D none of the above? positive, ਬਿਲਕੁਲ ਸਹੀ, ਹਾਂਜੀ। ਹੁਣੇ ਆਪਾਂ ਪੜ੍ਹਿਆ ਸੀ ਨਾ ਕਿ ਜਦੋਂ ਪ੍ਰਾਈਸਿਸ ਇਨਕਰੀਜ਼ ਹੁੰਦੇ ਨੇ ਤਾਂ ਗਿਫਨ ਗੁੱਡਸ ਦੀ ਡਿਮਾਂਡ ਵੀ ਵੱਧ ਜਾਂਦੀ ਹੈ। ਓਬਵੀਅਸਲੀ ਤਾਂ ਪੋਜ਼ਿਟਿਵ ਕੀ ਹੈ, ਇਹਨਾਂ ਦਾ ਰਿਲੇਸ਼ਨ ਹੈ, ਠੀਕ ਹੈ ਬੇਟਾ। ਹਾਂਜੀ, ਸੋ ਨੈਕਸਟ ਹੈਗੇ ਨੇ ਆਪਣੇ ਕੋਲੇ ਕੁਐਸਚਨਸ। When two goods are demanded simultaneously is known as joint demand, alternate demand, direct demand, ਜਾਂ composite demand?
when two or more goods are demanded simultaneously, it is known as joint demand, alternate demand, direct demand, composite demand. ਬੇਟਾ ਜੁਆਇੰਟ ਡਿਮਾਂਡ ਹੁੰਦੀ ਹੈ, ਠੀਕ ਹੈ। ਸਾਈਮਲਟੇਨੀਅਸਲੀ ਜਦੋਂ ਇੱਕ ਦੀ ਡਿਮਾਂਡ ਵੱਧ ਗਈ ਨਾਲ ਦੀ ਨਾਲ ਦੂਸਰੇ ਦੀ ਵੀ ਵੱਧ ਜਾਂਦੀ ਹੈ, ਤੇ ਇਹਨੂੰ ਕੀ ਕਿਹਾ ਜਾਂਦਾ ਹੈ? ਜੁਆਇੰਟ ਡਿਮਾਂਡ। Law of demand states the relationship between price and quantity demanded. Law of demand ਦੇ ਵਿੱਚ ਜਿਹੜਾ ਪ੍ਰਾਈਸ ਤੇ ਕੁਆਂਟੀਟੀ ਦਾ ਰਿਲੇਸ਼ਨ ਆ ਉਹ ਕੀ ਹੈ? ਇਨਵਰਸ, ਪੋਜ਼ਿਟਿਵ, ਪ੍ਰੋਪੋਰਸ਼ਨਲ ਜਾਂ ਫਿਰ ਨਨ ਆਫ ਥੀਸ? Inverse. ਗੁੱਡ। ਹਾਂਜੀ, ਜੇ ਪ੍ਰਾਈਸ ਵੱਧਦੇ ਨੇ ਡਿਮਾਂਡ ਘਟ ਜਾਂਦੀ ਹੈ, ਜੇ ਪ੍ਰਾਈਸ ਘਟਦੇ ਨੇ ਡਿਮਾਂਡ ਕੀ ਹੋ ਜਾਂਦੀ ਹੈ? ਇਹਨੂੰ ਨਹੀਂ ਦੇਖ ਕੇ ਕਹਿਣਾ। ਓਕੇ ਬੇਟਾ, ਸੋ ਦਿਸ ਇਜ਼ ਆਲ ਫॉर ਟੁਡੇ। ਸੋ ਨੈਕਸਟ ਚੈਪਟਰ ਕਿਹੜਾ ਆਪਣਾ ਬੇਟਾ ਇਸ ਤੋਂ ਬਾਅਦ ਜਿਹਦੀ ਆਪਾਂ ਪ੍ਰੈਪਰੇਸ਼ਨ ਕਰਨੀ ਹੈ? Price elasticity वाला मैम। ਓਕੇ ਠੀਕ ਹੈ ਬੇਟਾ, ਤਾਂ ਸਾਰੇ ਬੱਚਿਆਂ ਨੇ ਕੱਲ ਦੀ ਕਲਾਸ ਪ੍ਰਾਈਸ ਇਲਾਸਟਿਸਿਟੀ ਤੇ ਇੱਕ ਹੋਰ ਕਿਹੜਾ ਹੈ? Theory of supply। ਦੋਨੋਂ ਕਰਨੇ ਨੇ, ਠੀਕ ਹੈ। ਪ੍ਰਾਈਸ ਇਲਾਸਟਿਸਿਟੀ ਵਾਲਾ ਵੀ ਜਿੰਨੇ ਦਿਨ ਪੇਪਰ ਨਹੀਂ ਹੁੰਦੇ, ਥਿਊਰੀ ਆਫ ਸਪਲਾਈ, ਠੀਕ ਹੈ ਬੇਟਾ। ਸੋ ਸਾਰੇ ਸਟੂਡੈਂਟਸ ਨੇ ਇਹ ਦੋਨੋਂ ਚੈਪਟਰ ਚੰਗੀ ਤਰ੍ਹਾਂ ਪ੍ਰਿਪੇਅਰ ਕਰਕੇ ਆਉਣੇ ਨੇ, ਤੇ ਕੋਈ ਵੀ ਬਹਾਨਾ ਨਹੀਂ ਹੋਣਾ ਚਾਹੀਦਾ। ਸੋ ਇਹ ਬਹੁਤ ਇੰਪੋਰਟੈਂਟ ਨੇ, ਇਕਨੋਮਿਕਸ ਦੇ ਚੈਪਟਰ ਨੇ ਜਿਹੜੇ ਆਪਾਂ ਕਰ ਰਹੇ ਹਾਂ ਹੁਣ। ਸੋ ਇਹਨਾਂ ਨੂੰ ਤੁਸੀਂ ਆਪਣੀ ਨੋਟਬੁੱਕ ਤੋਂ ਤਾਂ ਪੜ੍ਹਨਾ ਹੀ ਪੜ੍ਹਨਾ, ਕੁਐਸਚਨ ਆਨਸਰ ਤੁਹਾਨੂੰ ਪਤਾ ਲੱਗਣਗੇ ਉੱਥੇ, ਬਟ ਨਾਲ ਨਾਲ ਜਿਹੜੀ ਵੀ ਤੁਹਾਡੇ ਕੋਲ ਬੁੱਕ ਹੈਗੀ NCERT ਦੀ, ਉਹਦੇ ਵਿੱਚੋਂ ਵੀ ਹੈਲਪ ਲੈਣੀ ਹੈ, ਠੀਕ ਹੈ। ਬੁੱਕ NCERT ਨਾਲ ਨਾਲ ਜ਼ਰੂਰ ਪੜ੍ਹਿਆ ਕਰੋ, ਮੇਰੀ ਤੁਹਾਨੂੰ ਇਹੀ ਇੱਕ ਸੁਜੈਸ਼ਨ ਹੈ। NCERT ਨੂੰ ਪੜ੍ਹਨ ਦੀ ਹੈਬਿਟ ਬਣਾਓਗੇ, ਬਹੁਤ ਵਧੀਆ ਰਹੋਗੇ ਤੁਸੀਂ, ਠੀਕ ਹੈ। ਓਕੇ ਬੇਟਾ। Thank you for attending the class. See you in next class.